ਕਹਿਣ ਦਾ ਭਾਵ ਕਿ ਯਿਸੂ ਮਸੀਹ ਕਹਿੰਦੇ ਨੇ ਬਾਈਬਲ ਦੇ ਰਾਹੀਂ, ਇਹੋ ਜਿਹੇ ਕੰਮ ਕਰਨ ਵਾਲੇ, ਕਰਾਮਾਤਾਂ ਵਿਖਾਉਣ ਵਾਲੇ, ਮੇਰੇ ਨਾਮ ਦੇ ਉੱਤੇ ਲੋਕਾਂ ਨੂੰ ਠੱਗਣ ਵਾਲੇ, ਭੂਤ ਕੱਢਣ ਵਾਲੇ, ਬਿਮਾਰੀਆਂ ਦੂਰ ਕਰਨ ਵਾਲੇ ਦਾ ਦਾਅਵਾ ਕਰਨ ਵਾਲੇ, ਮੈਂ ਇਹਨਾਂ ਨੂੰ ਜਾਣਦਾ ਨਹੀਂ ਹਾਂ। ਤੁਸੀਂ ਕੌਣ ਹੋ? ਇੱਥੋਂ ਦਫਾ ਹੋ ਜਾਓ, ਮੇਰੇ ਲਾਗੋਂ ਚਲੇ ਜਾਓ, ਤੁਸੀਂ ਮੇਰੇ ਕੁਝ ਨਹੀਂ ਲੱਗਦੇ ਹੋਏ ਬਾਈਬਲ ਕਹਿ ਰਹੀ ਹੈ। ਉਹਨਾਂ ਨੇ ਸਵਾਲ ਕੀਤੇ ਨੇ, ਕਹਿੰਦੇ ਜੀ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਵਾ ਕਿ ਯਿਸੂ ਮਸੀਹ ਜੀ ਕਹਿ ਰਹੇ ਨੇ ਭਈ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹੇਗਾ ਉਹਨੂੰ ਧੱਕੇ ਮਾਰ ਕੇ ਸਵਰਗ ਦੇ ਵਿੱਚੋਂ ਬਾਹਰ ਕੱਢਿਆ ਜਾਏਗਾ। ਇੱਕ ਹੋਰ ਸਵਾਲ ਕੀਤਾ ਉਹਨਾਂ ਨੇ, ਕਹਿੰਦੇ ਜੀ ਉਹ ਕਹਿੰਦਾ ਵਾ ਭਈ ਜਦੋਂ ਮੇਰੇ ਸਾਹਮਣੇ ਆਉਣਗੇ ਲੋਕ ਜਾਂ ਜਦੋਂ ਕਿਤੇ ਇਹਨਾਂ ਦਾ ਮੇਰਾ ਟਾਕਰਾ ਹੋਏਗਾ ਤੇ ਇਹ ਮੈਨੂੰ ਕਹਿਣਗੇ ਕਿ ਪ੍ਰਭੂ ਜੀ ਅਸੀਂ ਤੇ ਤੇਰੇ ਨਾਂ ਤੇ ਬੜੇ ਕੁਝ ਕੀਤਾ, ਅਸੀਂ ਬੜੀਆਂ ਚੀਕਾਂ ਮਾਰੀਆਂ, ਬੜੀਆਂ ਚੀਕਾਂ ਮਰਵਾਈਆਂ ਵੀ, ਤੇ ਮੈਂ ਕਹੂੰਗਾ ਭਈ ਮੈਂ ਨਹੀਂ ਤੁਹਾਨੂੰ ਜਾਣਦਾ, ਮੇਰੇ ਕੋਲੋਂ ਦੂਰ ਚਲੇ ਜਾਓ। ਅਗਲਾ ਇੱਕ ਹੋਰ ਸਵਾਲ ਉਹਨਾਂ ਨੇ ਕੀਤਾ, ਕਹਿੰਦੇ ਜੀ ਜੇ ਪਾਸਟਰ ਪਹਿਲੀ ਗੱਲ ਨੂੰ ਮੰਨਦੇ ਨੇ, ਮਰਕਸ ਦੀ ਅੰਜੀਲ ਉਹਦਾ 16 ਅਧਿਆਇ ਦੀ 16 ਆਇਤ ਨੂੰ ਕਹਿੰਦਾ ਜੇ ਮੰਨਦੇ ਨੇ ਤੇ ਫਿਰ 17 ਤੇ 18 ਆਇਤ ਨੂੰ ਵੀ ਪੂਰਾ ਕਰਨ, ਕਿਉਂਕਿ ਉਹਦੇ ਵਿੱਚ ਲਿਖਿਆ ਵਾ ਉਹ ਸੱਪਾਂ ਨੂੰ ਚੁੱਕ ਲੈਣਗੇ ਤੇ ਕੋਈ ਜ਼ਹਿਰ ਵਾਲੀ ਚੀਜ਼ ਵੀ ਪੀ ਲੈਣ ਤੇ ਤਾਂ ਵੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ। ਕਿਉਂਕਿ ਬਾਈਬਲ ਸ਼ਬਦ ਜਿਹੜਾ ਵਾ ਇਹ 5 ਅਕਸ਼ਰਾਂ ਦੇ ਨਾਲ ਬਣਦਾ ਵਾ, ਔਰ ਬਾਈਬਲ ਸ਼ਬਦ ਜਿਹੜਾ 5 ਇੰਗਲਿਸ਼ ਦੇ 5 ਅਕਸ਼ਰ ਜਦੋਂ ਆਪਾਂ ਮਿਲਾਉਂਦੇ ਆ ਤੇ ਬਾਈਬਲ ਬਣਦਾ ਹੈ। ਜਿਸ ਤਰ੍ਹਾਂ ਪਹਿਲਾ ਅਕਸ਼ਰ ਆ ਜਿਹੜੀ ਗੱਲ ਆ, ਉਹ ਸਮਾਂ ਇਹੋ ਜਿਹਾ ਚੱਲ ਰਿਹਾ ਵਾ ਕਿ ਪਾਸਟਰਾਂ ਨੂੰ ਵੇਖ ਵੇਖ ਕੇ ਲੋਕਾਂ ਦੀਆਂ ਚੀਕਾਂ ਨਿਕਲੀ ਜਾਂਦੀਆਂ। ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਤੇ ਪਵਿੱਤਰ ਨਾਮ ਵਿੱਚ ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਪਾਸਟਰ ਰਾਜਵਿੰਦਰ ਮਸੀਹ। ਪ੍ਰਭੂ ਦਾ ਧੰਨਵਾਦ ਆ, ਅੱਜ ਫਿਰ ਪਰਮੇਸ਼ਰ ਨੇ ਇੱਕ ਸਮਾਂ ਦਿੱਤਾ ਤੁਹਾਡੇ ਰੂਬਰੂ ਹੋਣ ਦੇ ਲਈ। ਤੋ ਅੱਜ ਜਿਹੜੀ ਵੀਡੀਓ ਹੈ ਬੜੀ ਖਾਸ ਵੀਡੀਓ ਆ ਤੁਹਾਡੇ ਨਾਲ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਦੁਆਰਾ, ਕਿਉਂਕਿ ਮੈਂ ਵੇਖਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਨੈਟ ਤੇ ਗਿਆਨੀ ਗੁਰਪ੍ਰੀਤ ਸਿੰਘ ਜੀ, ਕਹਿਣ ਦਾ ਭਾਵ ਕਿ ਯਿਸੂ ਮਸੀਹ ਕਹਿੰਦੇ ਨੇ ਬਾਈਬਲ ਦੇ ਰਾਹੀਂ, ਇਹੋ ਜਿਹੇ ਕੰਮ ਕਰਨ ਵਾਲੇ, ਕਰਾਮਾਤਾਂ ਵਿਖਾਉਣ ਵਾਲੇ, ਮੇਰੇ ਨਾਮ ਦੇ ਉੱਤੇ ਲੋਕਾਂ ਨੂੰ ਠੱਗਣ ਵਾਲੇ, ਭੂਤ ਕੱਢਣ ਵਾਲੇ, ਬਿਮਾਰੀਆਂ ਦੂਰ ਕਰਨ ਵਾਲੇ ਦਾ ਦਾਅਵਾ ਕਰਨ ਵਾਲੇ, ਮੈਂ ਇਹਨਾਂ ਨੂੰ ਜਾਣਦਾ ਨਹੀਂ ਹਾਂ। ਤੁਸੀਂ ਕੌਣ ਹੋ? ਇੱਥੋਂ ਦਫਾ ਹੋ ਜਾਓ, ਮੇਰੇ ਲਾਗੋਂ ਚਲੇ ਜਾਓ, ਤੁਸੀਂ ਮੇਰੇ ਕੁਝ ਨਹੀਂ ਲੱਗਦੇ ਹੋਏ ਬਾਈਬਲ ਕਹਿ ਰਹੀ ਹੈ। ਇਹ ਹੁਣ ਮੈਂ ਤਾਂ ਨਹੀਂ ਨਾ ਕਹਿ ਰਿਹਾ, ਤੁਹਾਡੀ ਬਾਈਬਲ 'ਚ ਲਿਖਿਆ ਹੋਇਆ ਹੈ। ਜਿਹੜੇ ਨੇ ਉਹ ਪਵਿੱਤਰ ਬਾਈਬਲ ਨੂੰ ਪੜ੍ਹ ਰਹੇ ਨੇ, ਔਰ ਪੜ੍ਹ ਨਹੀਂ ਰਹੇ, ਉਹ ਅੱਧੀਆਂ ਲਾਈਨਾਂ ਪੜ੍ਹ ਕੇ ਉਹਨੂੰ ਤੋੜ ਮਰੋੜ ਕੇ ਔਰ ਉਹਨੂੰ ਗਲਤ ਢੰਗ ਦੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜੋ ਕਿ ਸਰਾਸਰ ਪਰਮੇਸ਼ਰ ਦੀ ਪਵਿੱਤਰ ਬਾਣੀ ਦੀ ਤੋਹੀਨ ਆ। ਔਰ ਖਾਸ ਕਰਕੇ ਪਰਮੇਸ਼ਰ ਦੇ ਜਿਹੜੇ ਲੋਕ ਨੇ ਮੰਨਣ ਵਾਲੇ, ਉਹਨਾਂ ਦੇ ਜਿਹੜੇ ਹਿਰਦੇ ਨੇ ਉਹਨਾਂ ਨੂੰ ਇਹ ਗੱਲਾਂ ਖਿੱਚਦੀਆਂ ਨੇ, ਉਹਨਾਂ ਦੀਆਂ ਗੱਲਾਂ ਨੂੰ, ਇਹ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਦੁੱਖ ਪਹੁੰਚਾਉਂਦੀਆਂ ਨੇ। ਔਰ ਇਸ ਕਰਕੇ ਇਹ ਖਾਸ ਵੀਡੀਓ ਜਿਹੜੀ ਆ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਵਾਂ। ਉਹਨਾਂ ਨੇ ਸਵਾਲ ਕੀਤੇ ਨੇ ਕੁਝ ਪਾਸਟਰਾਂ ਨੂੰ। ਆਓ ਵੇਖੀਏ ਪਹਿਲੇ ਨੰਬਰ 'ਤੇ ਵੀ ਜਿੱਥੇ ਇਹਨਾਂ ਨੂੰ ਯਿਸੂ ਮਸੀਹ ਨੇ ਫਟਕਾਰ ਪਾਈ ਹੈ ਇਹੋ ਜਿਹੇ ਲੋਕਾਂ ਨੂੰ ਕਰਨ ਵਾਲਿਆਂ ਨੂੰ। ਆਓ ਸਭ ਤੋਂ ਪਹਿਲਾਂ ਇਹ ਗੱਲ ਵੇਖਦੇ ਹਾਂ, ਉਹ ਗੱਲ ਕਿੱਥੇ ਲਿਖੀ ਹੈ। ਜਿਹੜਾ ਯਿਸੂ ਮਸੀਹ ਦਾ ਨਾਮ ਲੈ ਕੇ ਲੋਕ ਪਖੰਡ ਚਲਾ ਰਹੇ ਨੇ, ਫੂਕਾਂ ਮਾਰ ਰਹੇ ਨੇ, ਚੀਕਾਂ ਮਾਰ ਰਹੇ ਨੇ ਤੇ ਚੀਕਾਂ ਕਢਾ ਰਹੇ ਨੇ, ਇਹ ਕਿੰਨਵਾਂ ਅਧਿਆਇ ਹੈ, ਕਿੱਥੇ ਲਿਖਿਆ ਹੋਇਆ ਹੈ। ਜੇ ਮੋਬਾਈਲ ਦੇ ਰਾਹੀਂ ਬਾਈਬਲ ਨੂੰ ਪੜ੍ਹੋਗੇ ਤਾਂ ਮੋਬਾਈਲ ਦੇ ਵਿੱਚ ਐਪਸ ਬਣੇ ਹੋਏ ਨੇ, ਜੇ PDF ਪੜ੍ਹੋਗੇ ਉਹਦੇ ਵਿੱਚ ਵੀ ਆਉਂਦਾ ਹੈ। ਮੋਬਾਈਲ 'ਚ ਪੜ੍ਹਨਾ ਸੌਖਾ ਹੈ, ਮੋਬਾਈਲ ਦੇ ਵਿੱਚ ਤਾਂ ਸੌਖਾ ਹੈ ਕਿਉਂਕਿ ਸਿੱਧਾ ਨਿਕਲ ਆਉਂਦਾ ਡਿਜੀਟਲ ਤਰੀਕੇ ਦੇ ਨਾਲ। ਇੱਕ ਹੈ ਓਲਡ ਟੈਸਟਾਮੈਂਟ ਤੇ ਇੱਕ ਹੈ ਨਿਊ ਟੈਸਟਾਮੈਂਟ। ਨਿਊ ਟੈਸਟਾਮੈਂਟ ਦੇ ਵਿੱਚ 40 ਨੰਬਰ ਮੱਤੀ ਦਾ ਅਧਿਆਇ ਹੈ। ਮੱਤੀ ਦੇ ਅਧਿਆਇ ਨੰਬਰ 7 ਦੇ ਵਿੱਚ ਜਦੋਂ ਤੁਸੀਂ ਪੜ੍ਹੋਗੇ 21 ਨੰਬਰ ਲਾਈਨ ਪਹਿਲਾਂ ਪੜ੍ਹੋ, ਉਹਦੇ 'ਚ ਲਿਖਿਆ ਹੋਇਆ ਹੈ ਵੀ ਉਹ ਜਿਹੜਾ ਕਿ ਮੈਨੂੰ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਦੇ ਵਿੱਚ ਨਹੀਂ ਵੜੇਗਾ। ਪਹਿਲੇ ਨੰਬਰ 'ਤੇ ਇਹ ਗੱਲ ਕਹਿੰਦੇ ਨੇ ਯਿਸੂ ਮਸੀਹ ਬਾਈਬਲ ਦੇ ਰਾਹੀਂ ਵੀ ਜਿਹੜਾ ਮੈਨੂੰ ਪ੍ਰਭੂ ਕਹੇਗਾ ਉਹ ਸਵਰਗਾਂ 'ਚ ਧੱਕੇ ਮਾਰ ਕੇ ਬਾਹਰ ਕੱਢ ਦਿਆਂਗੇ, ਉਹਨੂੰ ਅੰਦਰ ਨਹੀਂ ਵਾੜਿਆ ਜਾਏਗਾ।
ਤੇ ਦੂਸਰੇ ਨੰਬਰ ਤੇ ਕਿਹੜਾ ਆਏਗਾ? ਜਿਹੜਾ ਮੇਰੇ ਪਿਤਾ ਦੀ ਇੱਛਾ ਅਨੁਸਾਰ ਕੰਮ ਕਰੇਗਾ। ਮਤਲਬ ਮੇਰਾ ਪਿਤਾ ਯਿਸੂ ਮਸੀਹ ਦਾ ਪਿਤਾ ਪ੍ਰਭੂ ਅਕਾਲ ਪੁਰਖ, ਜਿਹੜੇ ਉਹਦੇ ਅਨੁਸਾਰ ਚੱਲੇਗਾ ਉਹ ਸਵਰਗਾਂ ਦੇ ਵਿੱਚ ਜਾਵੇਗਾ, ਇਹ ਬਾਈਬਲ ਕਹਿ ਰਹੀ ਹੈ। ਹੁਣ ਗੱਲ ਕਰੀਏ ਇਹਨਾਂ ਨਕਲੀ ਫੂਕਾਂ ਮਾਰਨ ਵਾਲੇ ਪਾਸਟਰਾਂ ਬਾਰੇ। ਕੀ ਕਹਿੰਦੀ ਬਾਈਬਲ? 22 ਨੰਬਰ ਲਾਈਨ ਦੇ ਵਿੱਚ ਲਿਖਿਆ ਹੈ, ਮੱਤੀ ਦੇ 7ਵੇਂ ਅਧਿਆਏ ਨਿਊ ਟੈਸਟਾਮੈਂਟ ਦੇ ਵਿੱਚ, ਅੰਤਲੇ ਦਿਨ ਅਨੇਕ ਲੋਕ ਮੈਨੂੰ ਆਖਣਗੇ। ਇਹ ਬਾਈਬਲ ਕਹਿ ਰਹੀ ਹੈ ਵੀ ਲੋਕੀ ਕਹਿਣਗੇ, ਜਿਹੜੇ ਆ ਨਵੇਂ ਪਾਸਟਰ ਬਣੇ ਨੇ, ਵੀ ਤੂੰ ਸਾਡਾ ਪ੍ਰਭੂ ਹੈ, ਅਸੀਂ ਤੇਰੇ ਲਈ ਬੋਲੇ, ਅਤੇ ਕੀ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ, ਅਤੇ ਕੀ ਤੇਰਾ ਨਾਮ ਲੈ ਕੇ ਬਹੁਤ ਸਾਰੀਆਂ ਕਰਾਮਾਤਾਂ ਨਹੀਂ ਕੀਤੀਆਂ। ਹੁਣ ਬਾਈਬਲ ਕਹਿ ਰਹੀ ਹੈ ਵੀ ਇਹੋ ਜਿਹੇ ਲੋਕ ਯਿਸੂ ਮਸੀਹ ਦੇ ਸਾਹਮਣੇ ਜਾ ਕੇ ਗੱਲ ਕਹਿਣਗੇ, ਅਸੀਂ ਤਾਂ ਤੁਹਾਨੂੰ ਪ੍ਰਭੂ ਕਹਿ ਕੇ ਪ੍ਰਚਾਰਿਆ ਹੈ ਤੇ ਤੁਹਾਡਾ ਨਾਮ ਲੈ ਕੇ ਲੋਕਾਂ ਦੀਆਂ ਬਿਮਾਰੀਆਂ ਦੂਰ ਕੀਤੀਆਂ ਨੇ, ਭੂਤ ਕੱਢੇ ਨੇ, ਕਰਾਮਾਤਾਂ ਵਿਖਾਈਆਂ ਨੇ, ਚੀਕਾਂ ਮਾਰੀਆਂ ਨੇ ਤੇ ਚੀਕਾਂ ਕਢਵਾਈਆਂ ਨੇ, ਫੂਕਾਂ ਮਾਰ ਕੇ ਬੜੀ ਪ੍ਰੀ ਪਲਾਨ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਫਿਰ ਅੱਗੇ ਕੀ ਕਹਿੰਦੇ ਨੇ ਬਾਈਬਲ ਦੇ ਵਿੱਚ? ਇਹਦੇ ਨਾਲ ਹੀ 23 ਨੰਬਰ ਜਿਹੜੀ ਲਾਈਨ ਹੈ ਉਹਦੇ 'ਚ ਲਿਖਿਆ ਹੈ ਬਾਈਬਲ ਦੇ ਵਿੱਚ ਯਿਸੂ ਮਸੀਹ ਦੇ ਵੱਲੋਂ, ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ ਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ ਹੈ, ਬੁਰਾ ਕਰਨ ਵਾਲਿਓ ਮੇਰੇ ਕੋਲੋਂ ਚਲੇ ਜਾਓ। ਕਹਿਣ ਦਾ ਭਾਵ ਕਿ ਯਿਸੂ ਮਸੀਹ ਕਹਿੰਦੇ ਨੇ ਬਾਈਬਲ ਦੇ ਰਾਹੀਂ, ਇਹੋ ਜਿਹੇ ਕੰਮ ਕਰਨ ਵਾਲੇ, ਕਰਾਮਾਤਾਂ ਵਿਖਾਉਣ ਵਾਲੇ, ਮੇਰੇ ਨਾਮ ਦੇ ਉੱਤੇ ਲੋਕਾਂ ਨੂੰ ਠੱਗਣ ਵਾਲੇ, ਉਹਨਾਂ ਨੇ ਸਵਾਲ ਕੀਤੇ ਨੇ। ਕਹਿੰਦੇ ਜੀ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਵਾ ਕਿ ਯਿਸੂ ਮਸੀਹ ਜੀ ਕਹਿ ਰਹੇ ਨੇ ਭਈ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹੇਗਾ ਉਹਨੂੰ ਧੱਕੇ ਮਾਰ ਕੇ ਸਵਰਗ ਦੇ ਵਿੱਚੋਂ ਬਾਹਰ ਕੱਢਿਆ ਜਾਏਗਾ। ਇੱਕ ਹੋਰ ਸਵਾਲ ਕੀਤਾ ਉਹਨਾਂ ਨੇ, ਕਹਿੰਦੇ ਜੀ ਉਹ ਕਹਿੰਦਾ ਵਾ ਭਈ ਜਦੋਂ ਮੇਰੇ ਸਾਹਮਣੇ ਆਉਣਗੇ ਲੋਕ, ਜਾਂ ਜਦੋਂ ਕਿਤੇ ਇਹਨਾਂ ਦਾ ਮੇਰਾ ਟਾਕਰਾ ਹੋਏਗਾ ਤੇ ਇਹ ਮੈਨੂੰ ਕਹਿਣਗੇ ਕਿ ਪ੍ਰਭੂ ਜੀ ਅਸੀਂ ਤੇ ਤੇਰੇ ਨਾਂ ਤੇ ਬੜੇ ਕੁਝ ਕੀਤਾ, ਅਸੀਂ ਬੜੀਆਂ ਚੀਕਾਂ ਮਾਰੀਆਂ, ਬੜੀਆਂ ਚੀਕਾਂ ਮਰਵਾਈਆਂ ਵੀ, ਤੇ ਮੈਂ ਕਹੂੰਗਾ ਭਈ ਮੈਂ ਨਹੀਂ ਤੁਹਾਨੂੰ ਜਾਣਦਾ, ਮੇਰੇ ਕੋਲੋਂ ਦੂਰ ਚਲੇ ਜਾਓ। ਅਗਲਾ ਇੱਕ ਹੋਰ ਸਵਾਲ ਉਹਨਾਂ ਨੇ ਕੀਤਾ, ਕਹਿੰਦੇ ਜੀ ਜੇ ਪਾਸਟਰ ਪਹਿਲੀ ਗੱਲ ਨੂੰ ਮੰਨਦੇ ਨੇ, ਮਰਕਸ ਦੀ ਅੰਜੀਲ ਉਹਦਾ 16 ਅਧਿਆਏ ਦੀ 16 ਆਇਤ ਨੂੰ ਕਹਿੰਦਾ ਜੇ ਮੰਨਦੇ ਨੇ ਤੇ ਫਿਰ 17 ਤੇ 18 ਆਇਤ ਨੂੰ ਵੀ ਪੂਰਾ ਕਰਨ, ਕਿਉਂਕਿ ਉਹਦੇ ਵਿੱਚ ਲਿਖਿਆ ਵਾ ਉਹ ਸੱਪਾਂ ਨੂੰ ਚੁੱਕ ਲੈਣਗੇ ਤੇ ਕੋਈ ਜ਼ਹਿਰ ਵਾਲੀ ਚੀਜ਼ ਵੀ ਪੀ ਲੈਣ ਤੇ ਤਾਂ ਵੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ। ਇਹ ਕੁਝ ਉਹਨਾਂ ਦੇ ਸਵਾਲ ਨੇ, ਔਰ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਮੈਂ ਤੁਹਾਨੂੰ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚੋਂ ਪੜ੍ਹ ਕੇ ਦੱਸਾਂਗਾ। ਪਰਮੇਸ਼ਰ ਦੀ ਬਾਣੀ ਨੂੰ ਆਪਾਂ ਨਾਲ ਲੈ ਕੇ ਅੱਗੇ ਲੈ ਕੇ ਚੱਲਾਂਗੇ। ਤੋ ਇਸ ਕਰਕੇ ਮੇਰੇ ਪਿਆਰਿਓ, ਮੈਂ ਚਾਹੁੰਦਾ ਹਾਂ ਕਿ ਕੁਝ ਹੋਰ ਗੱਲਾਂ ਜਿਹੜੀਆਂ ਤੁਹਾਨੂੰ ਦੱਸਦਾ ਵਾਂ, ਜਿਸ ਤਰ੍ਹਾਂ ਕੁਝ ਲੋਕ ਜਿਹੜੇ ਨੇ ਉਹ ਖੁਦਾ ਦੇ ਸੇਵਕਾਂ ਨੂੰ ਜਾਂ ਖੁਦਾ ਦੇ ਲੋਕਾਂ ਨੂੰ ਭੰਡਣ ਦੇ ਲਈ ਜਾਂ ਉਹਨਾਂ ਦੇ ਖਿਲਾਫ ਕੂੜ ਦਾ ਪ੍ਰਚਾਰ ਕਰਨ ਦੇ ਲਈ ਉਹ ਕਹਿ ਰਹੇ ਨੇ ਜੀ ਪਾਸਟਰ ਪਖੰਡਵਾਦ ਆ, ਬੰਦਗੀ ਪਖੰਡਵਾਦ ਆ, ਇਹ ਪਖੰਡ ਕਰਦੇ ਨੇ। ਮੇਰੇ ਪਿਆਰਿਓ, ਪਰਮੇਸ਼ਰ ਦੀ ਬਾਣੀ ਜਿਹੜੀ ਆ ਉਹ ਕੋਈ ਪਖੰਡਵਾਦ ਨਹੀਂ ਆ। ਪਵਿੱਤਰ ਬਾਈਬਲ ਪਖੰਡਵਾਦ ਦਾ ਸ਼ੁਰੂ ਤੋਂ ਵਿਰੋਧ ਕਰਦੀ ਆਈ ਆ, ਔਰ ਮਸੀਹਤ ਵੀ ਵਿਰੋਧ ਕਰਦੀ ਆ, ਔਰ ਹਮੇਸ਼ਾ ਤੱਕ ਵਿਰੋਧ ਕਰਦੀ ਰਹੇਗੀ। ਰਹੀ ਗੱਲ ਕਿ ਬੰਦਗੀ ਉਹ ਕਿਸ ਤਰ੍ਹਾਂ ਕਰਦੇ ਨੇ, ਉਹ ਉਹਨਾਂ ਦਾ ਬੰਦਗੀ ਕਰਨ ਦਾ ਆਪਣਾ ਢੰਗ ਆ। ਕੋਈ ਨੱਚ ਕੇ ਕਰਦਾ ਹੈ, ਕੋਈ ਭੁੜਕ ਕੇ ਕਰਦਾ ਹੈ, ਕੋਈ ਚੀਕਾਂ ਮਾਰ ਕੇ ਕਰਦਾ ਹੈ। ਤੇ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਕਲੀਅਰ ਕਰ ਦੇਵਾਂ, ਚੀਕਾਂ ਬੰਦੇ ਦੀਆਂ ਉਦੋਂ ਨਿਕਲਦੀਆਂ ਨੇ ਜਦੋਂ ਬੰਦਾ ਜਾਂ ਤੇ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ, ਬਹੁਤ ਜ਼ਿਆਦਾ ਆਨੰਦ ਦੀ ਭਰਪੂਰੀ ਹੁੰਦੀ ਆ, ਔਰ ਬਹੁਤ ਜ਼ਿਆਦਾ ਜਿਹੜਾ ਵਾ ਖੁਸ਼ ਹੁੰਦਾ ਹੈ, ਉਦੋਂ ਚੀਕਾਂ ਮਾਰ ਕੇ ਰੱਬ ਦੀ ਮਹਿਮਾ ਕਰਦਾ ਵਾ, ਉਦੋਂ ਰੱਬ ਦੀ ਸਤੁਤੀ ਕਰਦਾ ਵਾ। ਔਰ ਦੂਸਰੀ ਗੱਲ ਕਿ ਬਹੁਤ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਵਾ ਕਿ ਬੰਦਾ ਬਹੁਤ ਜ਼ਿਆਦਾ ਦੁਖੀ ਹੁੰਦਾ ਵਾ, ਬੰਦਾ ਬਹੁਤ ਜ਼ਿਆਦਾ ਅੰਦਰੋਂ ਟੁੱਟਾ ਹੁੰਦਾ ਵਾ, ਬੰਦਾ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ ਹੈ, ਤੇ ਉਹਨੂੰ ਰੱਬ ਦੇ ਘਰ ਵਿੱਚ ਆ ਕੇ ਥੋੜਾ ਜਿਹਾ ਸਕੂਨ ਨਜ਼ਰ ਆਉਂਦਾ ਹੈ, ਤੇ ਉਹ ਉਦੋਂ ਚੀਕਾਂ ਮਾਰਦਾ ਜਦੋਂ ਉਹਦੇ ਆਪਣਿਆਂ ਨੇ ਉਹਨੂੰ ਲੁੱਟਿਆ ਹੁੰਦਾ ਹੈ, ਉਹਦੇ ਆਪਣਿਆਂ ਨੇ ਉਹਨੂੰ ਕੁੱਟਿਆ ਹੁੰਦਾ ਹੈ, ਉਹਦੇ ਆਪਣਿਆਂ ਨੇ ਉਹਦੇ ਨਾਲ ਬੜਾ ਬੁਰਾ ਸਲੂਕ ਕੀਤਾ ਹੁੰਦਾ ਹੈ, ਤੇ ਉਦੋਂ ਰੱਬ ਦੇ ਘਰ ਵਿੱਚ ਆ ਕੇ ਚੀਕਾਂ ਮਾਰਦਾ ਵਾ। ਤੇ ਉਹ ਚੀਕਾਂ ਮਾਰ ਕੇ ਪਰਮੇਸ਼ਰ ਦੇ ਗਾੜੀ ਦੁਹਾਈ ਦਿੰਦਾ ਹੈ, ਪ੍ਰਭੂ ਤੇਰਾ ਸ਼ੁਕਰਾਨਾ ਕਰਦਾ ਵਾਂ ਕਿ ਤੂੰ ਮੈਨੂੰ ਇਹੋ ਜਿਹੇ ਇੱਕ ਆਪਣੇ ਖੁਸ਼ੀ ਭਰੇ ਆਨੰਦ ਭਰੇ ਮਾਹੌਲ ਦੇ ਵਿੱਚ ਲੈ ਕੇ ਆਂਦਾ ਵਾ, ਮੈਂ ਤੇਰਾ ਧੰਨਵਾਦ ਕਰਦਾ ਹਾਂ। ਤੋ ਇਸ ਕਰਕੇ ਪਿਆਰਿਓ, ਇਹ ਹਰ ਮਨੁੱਖ ਦਾ ਫੰਡਾਮੈਂਟਲ ਰਾਈਟ ਜਿਹੜਾ ਵਾ, ਮਨੁੱਖੀ ਅਧਿਕਾਰ ਜਿਹੜਾ ਵਾ, ਉਹ ਆਪਾਂ ਉਹਦਾ ਹਰਨ ਨਹੀਂ ਕਰ ਸਕਦੇ, ਉਹ ਉਹਦਾ ਖੋ ਨਹੀਂ ਸਕਦੇ। ਉਹਦੀ ਆਪਣੀ ਜ਼ਿੰਦਗੀ ਹੈ, ਉਹ ਕਿਸ ਤਰ੍ਹਾਂ ਵੀ ਬੰਦਗੀ ਕਰੇ। ਰਹੀ ਗੱਲ ਪਾਸਟਰਾਂ ਦੀ, ਪਾਸਟਰ ਨਾ ਤੇ ਕਦੀ ਕਿਸੇ ਨੂੰ ਚੀਕਾਂ ਮਾਰਨ ਵਾਸਤੇ ਕਹਿੰਦੇ ਆ, ਨਾ ਕਿਸੇ ਦੀਆਂ ਚੀਕਾਂ ਮਰਵਾਉਂਦੇ ਆ। ਪਰ ਹੁਣ ਜਿਹੜੀ ਗੱਲ ਆ, ਉਹ ਸਮਾਂ ਇਹੋ ਜਿਹਾ ਚੱਲ ਰਿਹਾ ਵਾ ਕਿ ਪਾਸਟਰਾਂ ਨੂੰ ਵੇਖ ਕੇ
ਲੋਕਾਂ ਦੀਆਂ ਚੀਕਾਂ ਨਿਕਲੀ ਜਾਂਦੀਆਂ ਤਾਂ ਇਹਦੇ ਵਿੱਚ ਸਾਡਾ ਕੀ ਕਸੂਰ ਆ ਜਾਂ ਪਾਸਟਰਾਂ ਦਾ ਕੀ ਕਸੂਰ ਆ, ਹਨਾ। ਤੋ ਇਸ ਕਰਕੇ ਥੋੜਾ ਜਿਹਾ ਸੰਜੀਦਗੀ ਦੇ ਨਾਲ ਇਸ ਵੀਡੀਓ ਨੂੰ ਲਿਓ, ਪ੍ਰਭੂ ਤੁਹਾਨੂੰ ਬਹੁਤ ਜ਼ਿਆਦਾ ਬਰਕਤ ਦੇਗਾ। ਤੋ ਮੈਂ ਚਾਹੁੰਦਾ ਤੁਹਾਡੇ ਨਾਲ ਉਹਨਾਂ ਸਵਾਲਾਂ ਤੇ ਆ ਜਾਵਾਂ ਜਿਹੜੇ ਸਵਾਲ ਗਿਆਨੀ ਗੁਰਪ੍ਰੀਤ ਸਿੰਘ ਜੀ ਕਰ ਰਹੇ ਨੇ, ਉਹਨਾਂ ਸਵਾਲਾਂ ਦਾ ਜਵਾਬ ਦੇਣ ਵਾਸਤੇ। ਤੋ ਮੈਂ ਪਹਿਲੀ ਗੱਲ ਜਿਹੜੀ ਆ ਉਹ ਪਰਮੇਸ਼ਰ ਦੇ ਪਵਿੱਤਰ ਪਾਕ ਵਚਨ ਦੇ ਵਿੱਚੋਂ ਪੜ੍ਹਨਾ ਚਾਹਾਂਗਾ। ਤੋ ਆਓ ਅਸੀਂ ਪਰਮੇਸ਼ਰ ਦੇ ਪਵਿੱਤਰ ਪਾਕ ਵਚਨ ਨੂੰ ਪੜ੍ਹਦੇ ਹਾਂ। ਮੱਤੀ ਦੀ ਅੰਜੀਲ 7 ਅਧਿਆਏ ਉਹਦੀ 21 ਐਤ ਜਿਹੜੇ ਉਹਨਾਂ ਸਵਾਲ ਕੀਤੇ ਉਹਨਾਂ ਦੇ ਉੱਤੇ ਆਪਾਂ ਥੋੜਾ ਜਿਹਾ ਵਿਚਾਰ ਕਰੀਏ। ਪ੍ਰਭੂ ਆਸ਼ੀਸ਼ ਦੇਗਾ। ਹਾਂਜੀ। ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ, ਹਾਂਜੀ, ਸਵਰਗ ਦੇ ਰਾਜ ਵਿੱਚ ਵੜੇਗਾ, ਹਾਂਜੀ, ਬਲਕਿ ਉਹ, ਹਾਂਜੀ, ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। ਹਾਂਜੀ, ਇੱਥੇ ਲਿਖਿਆ ਹੈ ਕਿ ਬਲਕਨ ਹਰ ਇੱਕ ਉਹ ਜਿਹੜਾ ਹਨਾ ਸਵਰਗੀ ਪਿਤਾ ਦੀ ਮਰਜ਼ੀ ਦੇ ਉੱਤੇ ਜਿਹੜਾ ਚੱਲਦਾ ਵਾ, ਜਿਹੜਾ ਸਵਰਗੀ ਪਿਤਾ। ਹੁਣ ਸਵਰਗੀ ਪਿਤਾ ਦੀ ਮਰਜ਼ੀ ਕੀ ਆ? ਸਵਰਗੀ ਪਿਤਾ ਦੀ ਮਰਜ਼ੀ ਇਹ ਬਾਣੀ ਆ, ਜਿਹੜਾ ਬਾਣੀ ਨੂੰ ਪੜ੍ਹਦਾ ਵਾ। ਇੱਥੇ ਖੁਦਾਵੰਦ ਯਿਸੂ ਮਸੀਹ ਜੀ ਕਹਿ ਰਹੇ ਨੇ ਭਾਈ ਜਿਹੜੇ ਬਾਣਾ ਪਾ ਕੇ ਬਾਣੇ ਦੇ ਮੁਤਾਬਕ ਕੰਮ ਨਹੀਂ ਕਰ ਰਹੇ, ਹਨਾ। ਬਾਣਾ ਤੇ ਪਾ ਲਿਆ ਲੇਕਿਨ ਬਾਣੀ ਨੂੰ ਨਹੀਂ ਮੰਨਦੇ। ਤੋ ਉਹਨਾਂ ਲੋਕਾਂ ਦੀ ਗੱਲ ਕੀਤੀ ਜਾ ਰਹੀ ਆ। ਅੱਜ ਬਹੁਤ ਸਾਰੇ ਲੋਕ ਸਮਾਜ ਦੇ ਅੰਦਰ ਐਸੇ ਨੇ ਜਿਹੜੇ ਬਾਣਾ ਤੇ ਪਾਈ ਫਿਰਦੇ ਨੇ ਪਰ ਬਾਣੀ ਦੀ ਉਹਨਾਂ ਦੇ ਅੰਦਰ ਕੋਈ ਕਦਰ ਨਹੀਂ ਆ। ਤੋ ਖੁਦਾਵੰਦ ਯਿਸੂ ਮਸੀਹ ਜੀ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਨੇ, ਕਿਉਂਕਿ ਅਸਲ 'ਚ ਜਿਹੜੀ ਗੱਲ ਆ ਉਹ ਇਹ ਆ ਭਾਈ, ਸੂਈ ਸੁਹਾਗਾ ਤੇ ਸੰਤ ਜਨ। ਕਿਸੇ ਨੇ ਕਿਹਾ ਵਾ, ਕਹਿੰਦੇ ਸੂਈ ਸੁਹਾਗਾ ਤੇ ਸੰਤ ਜਨ ਇਹ ਤਿੰਨੇ ਹੀ ਮੇਲ ਕਰਾਉਣ, ਕਈ ਕੁਹਾੜਾ ਤੇ ਦੁਸ਼ਟ ਜਨ ਇਹ ਤਿੰਨੇ ਹੀ ਪਾੜੇ ਪਾਉਣ। ਅਸਲ 'ਚ ਜਿਹੜੀ ਗੱਲ ਆ ਉਹ ਇਹ ਆ ਕਿ ਇੱਥੇ ਗੱਲ ਹੋ ਰਹੀ ਹੈ ਸੰਤਾਂ ਦੀ, ਇੱਥੇ ਗੱਲ ਹੋ ਰਹੀ ਹੈ ਸੇਵਕਾਂ ਦੀ। ਤੇ ਜਿਹੜੇ ਬਾਣਾ ਪਾ ਕੇ ਬਾਣੀ ਦੇ ਅਨੁਸਾਰ ਕੰਮ ਨਹੀਂ ਕਰ ਰਹੇ, ਖੁਦਾਵੰਦ ਯਿਸੂ ਮਸੀਹ ਜੀ ਉਹਨਾਂ ਨੂੰ ਕਹਿ ਰਹੇ ਨੇ ਭਈ ਇਕੱਲਾ ਪ੍ਰਭੂ ਪ੍ਰਭੂ ਕਰਨ ਦੇ ਨਾਲ ਕੋਈ ਸਵਰਗ ਵਿੱਚ ਨਹੀਂ ਵੜ ਜੂਗਾ, ਬਲਕਿ ਉਹ ਵੜੂਗਾ ਜਿਹੜਾ ਪਿਤਾ ਦੀ ਮਰਜ਼ੀ ਦੇ ਉੱਤੇ ਚੱਲਦਾ ਵਾ ਜਾਂ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਦਾ ਵਾ। ਤੋ ਸੰਤਾਂ ਦਾ ਕੰਮ ਜਿਹੜਾ ਵਾ ਹਨਾ, ਜਿਸ ਤਰ੍ਹਾਂ ਲਿਖਿਆ ਹੈ ਕਿ ਸੰਤ ਮੇਲ ਕਰਾਉਣ ਵਾਲੇ ਹੁੰਦੇ ਨੇ। ਸੰਤਾਂ ਦਾ ਕੰਮ ਹੈ ਇੱਕ ਦੂਸਰੇ ਦੇ ਨਾਲ ਮੇਲ ਕਰਾਉਣਾ, ਪਿਆਰ ਵੰਡਣਾ ਔਰ ਪਿਆਰ ਦੇ ਵਿੱਚ ਲੋਕਾਂ ਨੂੰ ਜੋੜਨਾ। ਸੰਤਾਂ ਦਾ ਕੰਮ ਨਫ਼ਰਤ ਫੈਲਾਉਣਾ ਨਹੀਂ ਆ। ਸੰਤਾਂ ਦਾ ਕੰਮ ਕੂੜ ਦਾ ਪ੍ਰਚਾਰ ਕਰਨਾ ਨਹੀਂ ਆ। ਸੰਤਾਂ ਦਾ ਕੰਮ ਕਿਸੇ ਦੀ ਨਿੰਦਿਆ ਕਰਨਾ ਨਹੀਂ ਆ। ਸੰਤ ਜਿਹੜੇ ਨੇ ਉਹ ਬੜੇ ਸੀਲ ਸੁਭਾਅ ਹੁੰਦੇ ਨੇ ਔਰ ਉਹ ਪਰਮੇਸ਼ਰ ਦੀ ਆਤਮਾ ਦੇ ਦੁਆਰਾ ਚਲਾਏ ਚੱਲਦੇ ਨੇ। ਤੋ ਅਗਲੀ ਗੱਲ, ਕਈ ਕੁਹਾੜਾ ਤੇ ਦੁਸ਼ਟ ਜਨ, ਕਹਿੰਦਾ ਇਹ ਤਿੰਨੇ ਹੀ ਪਾੜੇ ਪਾਉਣ, ਹਨਾ। ਜਿਸ ਤਰ੍ਹਾਂ ਕਈ ਜਿਹੜੀ ਆ ਉਹ ਜਿੱਥੇ ਵੱਜ ਜਾਂਦੀ ਆ ਉੱਥੇ ਕਿੰਨਾ ਟੋਇਆ ਪਾ ਦਿੰਦੀ ਆ, ਹਨਾ। ਕੁਹਾੜਾ ਜਿਹੜਾ ਜਿੱਥੇ ਵੱਜ ਜਾਂਦਾ ਵਾ ਉੱਥੋਂ ਕਿੰਨੀ ਲੱਕੜ ਜਿਹੜੀ ਉੱਡ ਜਾਂਦੀ ਆ। ਇਸੇ ਤਰ੍ਹਾਂ ਸੰਤਾਂ ਦੇ ਬੋਲ ਜਿਹੜੇ ਨੇ ਨਾ ਉਹ ਮੇਲ ਕਰਾਉਣ ਵਾਲੇ ਹੋਣੇ ਚਾਹੀਦੇ ਆ। ਤੇ ਜੇ ਉਹਨਾਂ ਦੇ ਬੋਲ ਮੇਲ ਕਰਾਉਣ ਵਾਲੇ ਨਹੀਂ ਆ, ਜੇ ਉਹ ਨਫ਼ਰਤ ਫੈਲਾ ਰਹੇ ਨੇ, ਜੇ ਉਹ ਕੂੜ ਦਾ ਪ੍ਰਚਾਰ ਕਰ ਰਹੇ ਨੇ, ਤਾਂ ਇਹਦਾ ਮਤਲਬ ਫਿਰ ਇਹ ਗੱਲ ਦੇ ਮੁਤਾਬਕ ਉਹ ਦੁਸ਼ਟ ਜਨ ਦੇ ਵਿੱਚ ਉਹਨਾਂ ਦੀ ਗਿਣਤੀ ਆਉਂਦੀ ਆ। ਤੇ ਜਿਹੜੇ ਸੰਤ ਨੇ ਉਹ ਰੱਬ ਦੀ ਗੱਲ ਕਰਦੇ ਨੇ, ਉਹ ਪਿਆਰ ਦੀ ਗੱਲ ਕਰਦੇ ਨੇ, ਉਹ ਏਕਤਾ ਦੀ ਗੱਲ ਕਰਦੇ ਨੇ। ਤੋ ਇਸ ਕਰਕੇ ਬਹੁਤ ਹੀ ਜ਼ਰੂਰੀ ਆ ਕਿ ਪਰਮੇਸ਼ਰ ਦੇ ਪਾਕ ਵਚਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇੱਥੇ ਖੁਦਾਵੰਦ ਯਿਸੂ ਮਸੀਹ ਜੀ ਇਹ ਨਹੀਂ ਕਹਿ ਰਹੇ ਵੀ ਜਿਹੜਾ ਕੋਈ ਮੈਨੂੰ ਪ੍ਰਭੂ ਪ੍ਰਭੂ ਕਹੇਗਾ, ਹਨਾ, ਤੇ ਮੈਂ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਵਾਂਗਾ। ਧੱਕੇ ਮਾਰਨ ਵਾਲੀ ਗੱਲ ਕਿਤੇ ਲਿਖੀ ਨਹੀਂ ਆ ਬਾਈਬਲ ਦੇ ਵਿੱਚ, ਪਰ ਤੁਸੀਂ ਆਪਣੇ ਪੱਲਿਓਂ ਕਹਿ ਰਹੇ ਜੇ, ਇਸ ਕਰਕੇ ਇਹ ਚੰਗੀ ਗੱਲ ਨਹੀਂ ਆ। ਕਿਉਂਕਿ ਬਾਈਬਲ ਜਿਹੜੀ ਆ ਉਹ ਪੂਰੀ ਦੁਨੀਆ ਦੇ ਵਿੱਚ ਪੜ੍ਹੀ ਜਾਣ ਵਾਲੀ ਇੱਕ ਧਰਮ ਗ੍ਰੰਥ ਆ, ਇੱਕ ਕਿਤਾਬ ਆ ਔਰ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਜਾਣ ਵਾਲਾ ਇਹ ਧਰਮ ਗ੍ਰੰਥ ਆ। ਹੋਰ ਕੋਈ ਵੀ ਧਰਮ ਗ੍ਰੰਥ ਜਿਹੜਾ ਵਾ ਉਹ ਪੂਰੀ ਦੁਨੀਆ ਦੇ ਵਿੱਚ ਨਹੀਂ ਪੜ੍ਹਿਆ ਜਾਂਦਾ, ਪਰ ਇੱਕੋ ਹੀ ਧਰਮ ਗ੍ਰੰਥ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਪੜ੍ਹਿਆ ਜਾਂਦਾ ਹੈ। ਤੋ ਇਸ ਕਰਕੇ ਮੇਰੇ ਵੀਰ, ਬਾਈਬਲ ਕੋਈ ਐਸੀ ਜਿਹੜੀ ਆ ਆਮ ਕਿਤਾਬ ਨਹੀਂ ਆ ਭਈ ਜਿਹੜਾ ਮਰਜ਼ੀ ਇਹਨੂੰ ਉੱਠੇ ਤੇ ਇਹਨੂੰ ਐਰਾ ਗੈਰਾ ਨੱਥੂ ਖੈਰਾ ਇਹਨੂੰ ਪੜ੍ਹੇ ਤੇ ਇਹਦਾ ਪ੍ਰਕਾਸ਼ਨ ਕਰਨਾ ਸ਼ੁਰੂ ਕਰ ਦੇਵੇ। ਬਾਈਬਲ ਨੂੰ ਪੜ੍ਹਨ ਵਾਸਤੇ ਬੜੇ ਰੋਜ਼ੇ ਰੱਖਣੇ ਪੈਂਦੇ ਨੇ, ਬੜੀਆਂ ਦੁਆਵਾਂ ਕਰਨੀਆਂ ਪੈਂਦੀਆਂ ਨੇ ਔਰ ਸਿੱਖਣਾ ਪੈਂਦਾ ਵਾ ਔਰ ਪਰਮੇਸ਼ਰ ਦੇ ਰੂਹ ਦੇ ਦੁਆਰਾ ਇਹਨੂੰ ਆਪਾਂ ਸਮਝ ਸਕਦੇ ਹਾਂ। ਇੱਥੇ ਇੱਕ ਹੋਰ ਵੀ ਤੁਹਾਡੇ ਨਾਲ ਗੱਲ ਸਾਂਝੀ ਕਰ ਦਵਾਂ, ਕਿਉਂਕਿ ਬਾਈਬਲ ਨੂੰ ਜਦੋਂ ਪੂਰਾ ਪੈਰਾਗ੍ਰਾਫ ਪੜਾਂਗੇ ਤੇ ਉਹ ਪੈਰਾਗ੍ਰਾਫ ਨੂੰ ਸਮਝਣਾ ਵਾ, ਫਿਰ ਉਹਦੇ ਸੈਂਟੈਂਸ ਨੂੰ ਸਮਝਣਾ ਵਾ, ਤੇ ਫਿਰ ਉਹਦੀ ਜਿਹੜੀ ਸੈਂਟੈਂਸ ਕੀ ਬੋਲਦਾ ਵਾ, ਕੀ ਆਵਾਜ਼ ਆਉਂਦੀ ਆ, ਫਿਰ ਉਹਦੀ ਗੱਲ ਕਰੋ ਤੇ ਪ੍ਰਭੂ ਤੁਹਾਨੂੰ ਆਸ਼ੀਸ਼ ਦੇਗਾ। ਨਹੀਂ ਤੇ ਇਸ ਤਰ੍ਹਾਂ ਤੇ ਕਈ ਵਾਰ ਪਤਾ ਕੀ ਹੋ ਜਾਂਦਾ, ਗੁੱਸਾ ਨਾ ਕਰਿਓ, ਕਈ ਵਾਰ ਫਿਰ ਐਜੂਕੇਸ਼ਨ ਤੇ ਵੀ ਥੋੜਾ ਜਿਹਾ ਸ਼ੱਕ ਹੋਣ ਲੱਗ ਪੈਂਦਾ ਵਾ ਕਿ ਪਤਾ ਨਹੀਂ ਕਿਉਂ ਇਹ ਪੂਰੇ ਪੈਰਾਗ੍ਰਾਫ ਨੂੰ ਨਹੀਂ ਸਮਝ ਪਾ ਰਹੇ, ਪੂਰੇ ਸੈਂਟੈਂਸ ਨੂੰ ਨਹੀਂ ਸਮਝ ਪਾ ਰਹੇ, ਹਨਾ। ਤੋ ਇਸ ਕਰਕੇ 21 ਤੋਂ ਲੈ ਕੇ 23 ਤੱਕ ਮੈਂ ਚਾਹਾਂਗਾ ਤੁਹਾਡੇ ਨਾਲ ਇਹਨਾਂ ਆਇਤਾਂ ਨੂੰ ਮੈਂ ਪੂਰਾ ਕਰ ਲਵਾਂ ਤੇ ਪ੍ਰਭੂ ਤੁਹਾਨੂੰ ਆਸ਼ੀਸ਼ ਦੇਗਾ। ਹਾਂਜੀ। ਉਸ ਦਿਨ
ਅਨੇਕ ਮੈਨੂੰ ਆਖਣਗੇ, ਹਾਂਜੀ हे ਪ੍ਰਭੂ, ਹਾਂਜੀ हे ਪ੍ਰਭੂ, ਹਾਂਜੀ ਕੀ ਅਸਾਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤਾ ਹਨਾ। ਉਸ ਦਿਨ ਬਹੁਤ ਸਾਰੇ ਕਹਿਣਗੇ ਕਿ ਅਸੀਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤਾ। ਹਾਂਜੀ ਅਤੇ ਤੇਰਾ ਨਾਮ ਲੈ ਕੇ ਹਾਂਜੀ ਭੂਤ ਨਹੀਂ ਕੱਢੇ ਹਾਂਜੀ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ, ਹਾਂਜੀ ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ, ਹਾਂਜੀ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹਾਂ, ਧਿਆਨ ਦੇ ਨਾਲ ਤੁਸੀਂ ਸੁਣ ਲਿਆ ਵਾ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਇੱਥੇ ਕਿਤੇ ਇਹ ਨਹੀਂ ਲਿਖਿਆ ਵੀ ਜਿਹੜੇ ਸੇਵਕ ਨੇ ਜਾਂ ਪਾਸਟਰ ਨੇ ਉਹ ਕਹਿਣਗੇ ਤੇਰੇ ਨਾਂ ਤੇ ਅਸੀਂ ਚੀਕਾਂ ਬੜੀਆਂ ਮਰਵਾਈਆਂ ਵੀ ਨੇ ਤੇ ਬੜੀਆਂ ਮਾਰੀਆਂ ਵੀ ਨੇ। ਚੀਕਾਂ ਜਿਹੜੀਆਂ ਨੇ ਇੱਥੇ ਕਿਤੇ ਨਹੀਂ ਲਿਖਿਆ। ਇਸ ਕਰਕੇ ਇਹ ਵੀ ਸ਼ਬਦ ਜਿਹੜਾ ਤੁਸੀਂ ਆਪਣੇ ਕੋਲੋਂ ਐਡ ਕਰ ਰਹੇ ਜੇ। ਤੇ ਮੈਂ ਇਹ ਗੱਲ ਪਹਿਲਾਂ ਵੀ ਬੋਲਤੀ ਆ ਵੀ ਪਾਸਟਰ ਜੀ ਨੇ ਨਹੀਂ ਜੇ ਕਿਸੇ ਦੀਆਂ ਵੀ ਚੀਕਾਂ ਮਰਵਾਉਂਦੇ, ਉਹ ਗੱਲ ਵੱਖਰੀ ਆ ਵੀ ਅੱਜ ਦਾ ਜਿਹੜਾ ਮਾਹੌਲ ਆ ਪਾਸਟਰਾਂ ਨੂੰ ਵੇਖ ਵੇਖ ਕੇ ਲੋਕਾਂ ਦੀਆਂ ਚੀਕਾਂ ਨਿਕਲੀ ਜਾਂਦੀਆਂ ਨੇ। ਤੋ ਇਸ ਕਰਕੇ ਸਾਡਾ ਕੋਈ ਕਸੂਰ ਨਹੀਂ ਆ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਹੈ ਨਾ। ਇਹ ਗੱਲ ਮੈਂ ਸਮਝਦਾ ਕਿ ਤੁਹਾਡੇ ਨਾਲ ਕਲੀਅਰ ਹੋ ਗਈ ਆ। ਜੋ ਬਾਈਬਲ ਦੇ ਵਿੱਚ ਲਿਖਿਆ ਹੈ ਪੂਰਾ ਉਹ ਮੈਂ ਤੁਹਾਨੂੰ ਦੱਸ ਦਿੱਤਾ ਵਾ। ਔਰ ਇਹਦਾ ਮਤਲਬ ਇਹੀ ਆ ਕਿ ਜਿਹੜੇ ਲੋਕ ਬਾਣਾ ਪਾ ਕੇ ਬਾਣੀ ਦੇ ਉੱਤੇ ਅਮਲ ਨਹੀਂ ਕਰ ਰਹੇ, ਉਹਨਾਂ ਦੇ ਨਾਲ ਗੱਲ ਹੋ ਰਹੀ ਹੈ, ਉਹਨਾਂ ਦੀ ਗੱਲ ਹੋ ਰਹੀ ਹੈ। ਯਿਸੂ ਮਸੀਹ ਕਹਿ ਰਹੇ ਨੇ ਜੇ ਬਾਣਾ ਪਾਇਆ ਜੇ ਤੇ ਫਿਰ ਬਾਣੀ ਦੇ ਉੱਤੇ ਅਮਲ ਕਰੋ ਤੇ ਬਾਣੀ ਦੇ ਅਨੁਸਾਰ ਚੱਲੋ ਤੇ ਫਿਰ ਤੁਸੀਂ ਸਵਰਗ ਵਿੱਚ ਵੜੋਗੇ, ਹੈ ਨਾ। ਤਾਂ ਹੁਣ ਗੱਲ ਹੋਈ ਪਿਤਾ ਦੀ, ਹੈ ਨਾ। ਕਹਿੰਦੇ ਵੀ ਉਹਨਾਂ ਨੇ ਸਵਾਲ ਇਹ ਵੀ ਕੀਤਾ, ਕਹਿੰਦੇ ਯਿਸੂ ਜੀ ਕਹਿਣਗੇ ਬਈ ਜਿਹੜੇ ਮੈਨੂੰ ਪ੍ਰਭੂ ਕਹਿੰਦੇ ਨੇ ਉਹ ਸਵਰਗ 'ਚ ਨਹੀਂ ਵੜਨਗੇ। ਮੇਰੇ ਪਿਆਰਿਓ, ਇਸ ਜਗ੍ਹਾ ਤੇ ਯਹੂਨਾ ਦੀ ਅੰਜੀਲ ਨੂੰ ਜਦੋਂ ਅਸੀਂ ਪੜ੍ਹਦੇ ਹਾਂ 14 ਅਧਿਆਏ ਉਹਦੀ 6 ਐਤ ਨੂੰ ਮੈਂ ਚਾਹਾਂਗਾ ਤੁਹਾਡੇ ਨਾਲ ਪੜ੍ਹ ਲਈਏ। 14 ਅਧਿਆਏ ਉਹਦੀ 6 ਐਤ ਯਹੂਨਾ ਦੀ ਅੰਜੀਲ। ਯਿਸੂ ਨੇ ਉਹਨੂੰ ਆਖਿਆ, ਹਾਂਜੀ ਇੱਥੇ ਲਿਖਿਆ ਯਿਸੂ ਨੇ ਉਹਨੂੰ ਆਖਿਆ ਰਾਹ ਅਤੇ ਸੱਚਾਈ ਅਤੇ ਜੀਵਨ ਮੈਂ ਹਾਂ। ਅਤੇ ਜੀਵਨ ਮੈਂ ਹਾਂ। ਧਿਆਨ ਨਾਲ ਸੁਣੀਏ, ਖੁਦਾਵੰਦ ਪ੍ਰਭੂ ਯਿਸੂ ਮਸੀਹ ਜੀ ਕਹਿ ਰਹੇ ਨੇ ਰਾਹ, ਜੀਵਨ ਤੇ ਸੱਚਾਈ ਮੈਂ ਵਾਂ, ਹਨਾ। ਤਾਂ ਹਾਂਜੀ ਪੂਰਾ ਕਰੀਏ ਇਸ ਲਾਈਨ ਨੂੰ। ਕੋਈ ਮੇਰੇ ਵਸੀਲੇ ਬਿਨਾ ਪਿਤਾ ਕੋਲ ਨਹੀਂ ਆਉਂਦਾ। ਇੱਥੇ ਲਿਖਿਆ ਕੋਈ ਮੇਰੇ ਬਿਨਾ ਪਿਤਾ ਦੇ ਕੋਲ ਪਹੁੰਚ ਨਹੀਂ ਸਕਦਾ ਜਾਂ ਨਹੀਂ ਆਉਂਦਾ। ਤੋ ਮੇਰੇ ਪਿਆਰਿਓ ਬਹੁਤ ਜ਼ਰੂਰੀ ਧਿਆਨ ਨਾਲ ਸਮਝੀਏ, ਰਾਹ, ਸੱਚਾਈ ਤੇ ਜੀਵਨ ਖੁਦਾਵੰਦ ਯਿਸੂ ਮਸੀਹ ਆ, ਹਨਾ। ਤੋ ਇਸ ਕਰਕੇ ਉਸ ਤੋਂ ਬਿਨਾ ਕੋਈ ਵੀ ਪਿਤਾ ਦੇ ਕੋਲ ਨਹੀਂ ਪਹੁੰਚ ਸਕਦਾ। ਹੁਣ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰ ਦਵਾਂ। ਬਹੁਤ ਸਾਰੇ ਲੋਕ ਕਹਿੰਦੇ ਯਿਸੂ ਗੁਰੂ ਆ, ਯਿਸੂ ਗੁਰੂ ਆ, ਹਨਾ। ਤੋ ਅਸਲ 'ਚ ਯਿਸੂ ਮਸੀਹ ਗੁਰੂ ਨਹੀਂ ਆ। ਯਿਸੂ ਮਸੀਹ ਪਰਮੇਸ਼ਰ ਆ, ਯਾਨੀ ਕਿ ਜਿਹੜਾ ਗੁਰੂਆਂ ਦਾ ਗੁਰੂ ਆ, ਜਿਹੜਾ ਗੁਰੂਆਂ ਦਾ ਗੁਰੂ ਆ। ਯਿਸੂ ਮਸੀਹ ਪਰਮੇਸ਼ਰ ਆ। ਯਿਸੂ ਮਸੀਹ ਖੁਦਾ ਵਾ, ਖੁਦ ਆ। ਨਾ ਉਹਦੇ ਅੱਗੇ ਆ ਕੁਝ, ਨਾ ਉਹਦੇ ਪਿੱਛੇ ਆ। ਸਾਰਾ ਕੁਝ ਯਿਸੂ ਮਸੀਹ ਦੇ ਵਿੱਚ ਹੈ। ਤੇ ਜਿਹੜੇ ਗੁਰੂ ਕਹਿੰਦੇ ਨੇ, ਸੁਣ ਲਈਏ, ਗੁਰੂ ਸ਼ਬਦ ਜਿਹੜਾ ਵਾ ਉਹ ਸੰਸਕ੍ਰਿਤ ਦੀ ਭਾਸ਼ਾ ਦਾ ਸ਼ਬਦ ਆ ਔਰ ਜਿਹਦਾ ਅਰਥ ਇਹ ਆ ਕਿ ਰਾਹ ਦਿਖਾਉਣ ਵਾਲਾ ਜਾਂ ਉਸਤਾਦ ਹੋ ਸਕਦਾ ਹੈ ਜਾਂ ਟੀਚਰ ਵੀ ਤੁਸੀਂ ਕਹਿ ਸਕਦੇ ਜੇ। ਪਰ ਯਿਸੂ ਮਸੀਹ ਦੇ ਖੁਦ ਰਾਹ ਵਾ। ਉਹਨੇ ਕਿਹੜਾ ਰਾਹ ਦਿਖਾਉਣਾ ਸੀਗਾ। ਇਸ ਕਰਕੇ ਯਿਸੂ ਤੋਂ ਬਿਨਾ ਮੁਕਤੀ ਨਹੀਂ ਹੈਗੀ। ਯਿਸੂ ਤੋਂ ਬਿਨਾ ਮੁਕਤੀ ਨਹੀਂ ਹੈਗੀ। ਤੋ ਇੱਕ ਆਇਤ ਇਹਦੇ ਨਾਲ ਮੈਂ ਚਾਹਾਂਗਾ ਮੇਰੇ ਨਾਲ ਹੋਰ ਸਾਂਝੀ ਕਰ ਲਓ। ਪ੍ਰਭੂ ਤੁਹਾਨੂੰ ਬਰਕਤ ਦੇਵੇਗਾ। ਹਾਂਜੀ ਪੜ੍ਹੀਏ ਯਹੂਨਾ ਦੀ ਅੰਜੀਲ ਉਹਦਾ 10 ਅਧਿਆਏ ਉਹਦੀ ਮਿਹਰਬਾਨੀ ਕਰਕੇ 9 ਆਇਤ ਨੂੰ ਵੀ ਪੜ੍ਹ ਲਈਏ। ਉਹ ਬੂਹਾ ਮੈਂ ਹਾਂ, ਹਾਂਜੀ ਮੇਰੇ ਖਾਣੀ ਜੇ ਕੋਈ ਵੜੇ, ਹਾਂਜੀ ਤਾਂ ਉਹ ਬਚਾਇਆ ਜਾਵੇਗਾ। ਇੱਥੇ ਖੁਦਾਵੰਦ ਯਿਸੂ ਮਸੀਹ ਜੀ ਸਾਫ਼ ਕਹਿ ਰਹੇ ਨੇ, ਕਹਿੰਦੇ ਉਹ ਬੂਹਾ ਮੈਂ ਵਾਂ ਤੇ ਮੇਰੇ ਥਾਣੀ ਜੇ ਕੋਈ ਪਿਤਾ ਤੱਕ ਜਾਣ ਦੀ ਕੋਸ਼ਿਸ਼ ਕਰੇ ਜਾਂ ਪਰਮੇਸ਼ਰ ਦੇ ਸਵਰਗ ਰਾਜ ਦੇ ਵਿੱਚ ਅੰਦਰ ਵੜੇਗਾ, ਉਹ ਹੀ ਬਚਾਇਆ ਜਾਏਗਾ। ਇਸ ਕਰਕੇ ਮੇਰੇ ਪਿਆਰਿਓ, ਬਾਈਬਲ ਨੂੰ ਗਲਤ ਲੋਕਾਂ ਤੱਕ ਨਾ ਲੈ ਕੇ ਗਲਤ ਮੈਸੇਜ ਜਿਹੜਾ ਵਾ ਲੋਕਾਂ ਨੂੰ ਨਾ ਦੇਵੋ, ਕਿਉਂਕਿ ਬਾਈਬਲ ਸਾਫ਼ ਹਰ ਇੱਕ ਗੱਲ ਨੂੰ ਪ੍ਰਗਟ ਕਰ ਰਹੀ ਆ। ਤਾਂ ਤੁਸੀਂ ਕਹਿ ਰਹੇ ਜੇ ਯਿਸੂ ਮਸੀਹ ਕਹਿ ਰਿਹਾ ਵਾ ਭਈ ਜੇ ਕੋਈ ਮੈਨੂੰ ਪ੍ਰਭੂ ਕਹੇਗਾ ਤਾਂ ਮੈਂ ਉਹਨੂੰ ਧੱਕੇ ਮਾਰ ਕੇ ਸਵਰਗ ਚੋਂ ਬਾਹਰ ਕੱਢ ਦੇਵਾਂਗੇ। ਇਸ ਤਰ੍ਹਾਂ ਕਿਤੇ ਕੁਛ ਨਹੀਂ ਜੇ ਲਿਖਿਆ। ਇਹਨੂੰ ਧਿਆਨ ਨਾਲ ਸਮਝੋ, ਧਿਆਨ ਨਾਲ ਪੜੋ, ਪ੍ਰਭੂ ਤੁਹਾਨੂੰ ਬਰਕਤ ਦੇਵੇਗਾ। ਤੋ ਇਸ ਕਰਕੇ ਇਹ ਜਿਹੜੀ ਆਇਤ ਤੁਸੀਂ ਪੜ੍ਹੀ ਆ, ਇੱਥੇ ਖੁਦਾਵੰਦ ਯਿਸੂ ਮਸੀਹ ਜੀ ਕਹਿ ਰਹੇ ਬੂਹਾ ਮੈਂ ਹਾਂ ਔਰ ਯਿਸੂ ਹੀ ਬੂਹਾ ਹੈ ਔਰ ਯਿਸੂ ਹੀ ਪਰਮੇਸ਼ਰ ਤੇ ਤੱਕ ਜਾਣ ਦਾ ਇੱਕ ਮਾਤਰ ਰਸਤਾ ਵਾ। ਯਿਸੂ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਆ, ਕਿਉਂਕਿ ਉਹਨਾਂ ਨੇ ਪਹਿਲਾਂ ਕਿਹਾ ਵਾ ਰਾਹ, ਹੱਕ ਤੇ ਜ਼ਿੰਦਗੀ ਮੈਂ ਵਾਂ। ਇਸ ਕਰਕੇ ਉਹ ਸਾਡਾ ਰਾਹ ਵਾ, ਉਹ ਜ਼ਿੰਦਗੀ ਦਾ ਰਾਹ ਵਾ। ਤੋ ਇਸ ਕਰਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਹਦੇ ਨਾਲ ਹੋਰ ਇੱਕ ਆਇਤ ਨੂੰ ਜਿਹੜਾ ਵਾ ਮੈਂ ਤੁਹਾਡੇ ਨਾਲ ਜੋੜਨਾ ਚਾਹਾਂਗਾ। ਪ੍ਰਭੂ ਤੁਹਾਨੂੰ ਬਰਕਤ ਦੇਗਾ। ਪੜ੍ਹੀਏ ਯਹੂਨਾ ਦੀ ਅੰਜੀਲ ਉਹਦਾ 6 ਅਧਿਆਏ ਉਹਦੀ 51 ਆਇਤ ਨੂੰ ਵੀ ਪੜ੍ਹ ਲਈਏ। ਯਹੂਨਾ 6 ਦੀ 51 ਵੀ ਪੜ੍ਹ ਲਈਏ। ਉਹ ਜਿਉਂਦੀ ਰੋਟੀ
ਜੋ ਸਵਰਗੋਂ ਉਤਰੀ ਉਹ ਜਿਉਂਦੀ ਰੋਟੀ ਜਿਹੜੀ ਸਵਰਗੋਂ ਉਤਰੀ ਏ, ਸੋ ਮੈਂ ਹਾਂ। ਉਹ ਯਿਸੂ ਮਸੀਹ ਜੀ ਕਹਿ ਰਹੇ ਨੇ ਉਹ ਜਿਉਂਦੀ ਰੋਟੀ ਜਿਹੜੀ ਸਵਰਗੋਂ ਉਤਰੀ ਆ ਉਹ ਵੀ ਮੈਂ ਹੀ ਆ। ਖੁਦਾਵੰਦ ਯਿਸੂ ਮਸੀਹ ਨੇ ਕਿਹਾ ਰਾਹ ਵੀ ਮੈਂ ਵਾਂ, ਯਿਸੂ ਮਸੀਹ ਨੇ ਕਿਹਾ ਜ਼ਿੰਦਗੀ ਵੀ ਮੈਂ ਵਾਂ, ਯਿਸੂ ਮਸੀਹ ਨੇ ਕਿਹਾ ਹੱਕ ਵੀ ਮੈਂ ਵਾਂ, ਖੁਦਾਵੰਦ ਯਿਸੂ ਮਸੀਹ ਜੀ ਨੇ ਕਿਹਾ ਵਾ ਜੀਵਨ ਦੀ ਰੋਟੀ ਵੀ ਮੈਂ ਵਾਂ, ਖੁਦਾਵੰਦ ਯਿਸੂ ਮਸੀਹ ਜੀ ਨੇ ਆਖਿਆ ਵਾ ਜੀਵਨ ਦਾ ਜਲ ਵੀ ਮੈਂ ਵਾਂ, ਖੁਦਾਵੰਦ ਪ੍ਰਭੂ ਯਿਸੂ ਮਸੀਹ ਜੀ ਨੇ ਆਖਿਆ ਵਾ ਜੀਵਨ ਦੀ ਜੋਤੀ ਵੀ ਮੈਂ ਹੀ ਹਾਂ। ਔਰ ਮੇਰੇ ਤੋਂ ਬਿਨਾ ਕੋਈ ਵੀ, ਮੇਰੇ ਵਸੀਲੇ ਤੋਂ ਬਿਨਾ ਕੋਈ ਵੀ ਪਿਤਾ ਤੱਕ ਪਹੁੰਚ ਨਹੀਂ ਸਕਦਾ। ਤੋ ਆਓ ਹੋਰ ਇੱਕ ਆਇਤ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂ, ਯਹੂਨਾ ਦੀ ਅੰਜੀਲ 14 ਅਧਿਆਏ ਉਹਦੀ 11 ਆਇਤ ਨੂੰ ਜ਼ਰੂਰ ਪੜ੍ਹ ਦਈਏ। ਮੇਰੀ ਪ੍ਰਤੀਤ ਕਰੋ। ਇੱਥੇ ਖੁਦਾਵੰਦ ਯਿਸੂ ਮਸੀਹ ਜੀ ਕਹਿ ਰਹੇ ਨੇ ਮੇਰੀ ਪ੍ਰਤੀਤ ਕਰੋ, ਯਾਨੀ ਮੇਰਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਵਿੱਚ ਮੈਂ ਪਿਤਾ ਵਿੱਚ ਔਰ ਪਿਤਾ ਮੇਰੇ ਵਿੱਚ ਅਤੇ ਹੈ। ਪਿਤਾ ਮੇਰੇ ਵਿੱਚ ਹੈ। ਇਸ ਨੂੰ ਸਮਝੀਏ ਧਿਆਨ ਦੇ ਨਾਲ। ਇੱਥੇ ਕੁਝ ਚੇਲੇ ਜਿਹੜੇ ਨਾ ਖੁਦਾਵੰਦ ਯਿਸੂ ਮਸੀਹ ਨੂੰ ਇੱਕ ਉਹਨਾਂ ਨੇ ਸਵਾਲ ਕੀਤਾ, ਕਹਿੰਦੇ ਪ੍ਰਭੂ ਜੀ ਸਾਨੂੰ ਪਿਤਾ ਦੇ ਦਰਸ਼ਨ ਕਰਾ। ਤਾਂ ਫਿਰ ਖੁਦਾਵੰਦ ਯਿਸੂ ਮਸੀਹ ਜੀ ਉਹਨਾਂ ਨੂੰ ਕਹਿ ਰਹੇ ਨੇ, ਇਹਨੂੰ ਪੂਰਾ ਪੈਰਾਗ੍ਰਾਫ ਪੜ੍ਹੋਗੇ ਤੁਹਾਨੂੰ ਸਾਰੀ ਸਮਝ ਆਏਗੀ। ਤਾਂ ਖੁਦਾਵੰਦ ਯਿਸੂ ਮਸੀਹ ਜੀ ਕਹਿ ਰਹੇ ਨੇ, ਕਹਿੰਦੇ ਵੀ ਮੇਰੀ ਗੱਲ ਤੇ ਵਿਸ਼ਵਾਸ ਕਰੋ, ਪ੍ਰਤੀਤ ਕਰੋ ਮੈਂ ਹੀ ਪਿਤਾ ਵਾਂ ਔਰ ਪਿਤਾ ਮੇਰੇ ਵਿੱਚ ਆ ਤੇ ਮੈਂ ਪਿਤਾ ਦੇ ਵਿੱਚ ਆ। ਇੱਕ ਆਇਤ ਨੂੰ ਹੋਰ ਇਹਦੇ ਨਾਲ ਆਪਾਂ ਸਾਂਝਾ ਕਰਾਂਗੇ, ਪ੍ਰਭੂ ਤੁਹਾਨੂੰ ਚੰਗੀ ਤਰ੍ਹਾਂ ਇਸ ਵਚਨ ਦੀ ਸਮਝ ਬਖਸ਼ੇਗਾ। ਤਾਂ ਪੜ੍ਹੀਏ ਯਹੂਨਾ ਦੀ ਅੰਜੀਲ 10 ਅਧਿਆਏ ਉਹਦੀ 30 ਆਇਤ ਨੂੰ ਵੀ ਪਰਮੇਸ਼ਰ ਦੇ ਪਾਕ ਵਚਨ ਨਾਲ ਅੱਗੇ ਵਧਾਂਗੇ। ਮੈਂ ਔਰ ਪਿਤਾ ਇੱਕੋ ਹਾਂ। ਖੁਦਾਵੰਦ ਯਿਸੂ ਮਸੀਹ ਜੀ ਫਿਰ ਕਹਿ ਰਹੇ ਨੇ, ਕਹਿੰਦੇ ਮੈਂ ਔਰ ਪਿਤਾ ਇੱਕੋ ਹੀ ਹਾਂ। ਪਿਤਾ ਦੇ ਵਿੱਚ ਤੇ ਪ੍ਰਭੂ ਦੇ ਵਿੱਚ ਕੋਈ ਫਰਕ ਨਹੀਂ ਹੈ। ਖੁਦਾਵੰਦ ਯਿਸੂ ਮਸੀਹ ਸਾਫ਼ ਕਲੀਅਰ ਕਰ ਰਹੇ ਨੇ ਮੈਂ ਤੇ ਪਿਤਾ ਇੱਕੋ ਹੀ ਹਾਂ। ਇਸ ਕਰਕੇ ਪਿਤਾ ਵੀ ਉਹ ਵਾ ਔਰ ਪੁੱਤਰ ਵੀ ਉਹੀ ਆ ਔਰ ਉਹੀ ਹੈ ਸਾਰਾ ਕੁਝ ਔਰ ਉਹਦੇ ਵਿੱਚ ਹੀ ਜ਼ਿੰਦਗੀ ਆ। ਤੋ ਇਸ ਕਰਕੇ ਮੇਰੇ ਪਿਆਰਿਓ ਕੋਈ ਕਨਫਿਊਜ਼ਨ ਨਾ ਰੱਖੋ, ਬਾਈਬਲ ਨੂੰ ਵਧੀਆ ਢੰਗ ਨਾਲ ਪੜ੍ਹੋ। ਬਾਈਬਲ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਆ ਕਿਉਂਕਿ ਬਾਈਬਲ ਸ਼ਬਦ ਜਿਹੜਾ ਵਾ ਇਹ 5 ਅਕਸ਼ਰਾਂ ਦੇ ਨਾਲ ਬਣਦਾ ਵਾ ਔਰ ਬਾਈਬਲ ਸ਼ਬਦ ਜਿਹੜਾ 5 ਇੰਗਲਿਸ਼ ਦੇ 5 ਅਕਸ਼ਰ ਜਦੋਂ ਆਪਾਂ ਮਿਲਾਉਂਦੇ ਆ ਤੇ ਬਾਈਬਲ ਬਣਦਾ ਹੈ। ਜਿਸ ਤਰ੍ਹਾਂ ਪਹਿਲਾ ਅਕਸ਼ਰ ਆ B, ਦੂਸਰਾ ਹੈਗਾ ਹੈ I, ਤੀਸਰਾ ਹੈਗਾ ਹੈ B, ਫਿਰ ਚੌਥਾ ਹੈਗਾ L ਤੇ ਫਿਰ ਪੰਜਵਾਂ ਹੈਗਾ E। ਇਹ 5 ਅਕਸ਼ਰ ਬਣ ਕੇ ਬਾਈਬਲ ਬਣਦਾ ਹੈ। तो बाइबल बी तो behold आ, आई तो मैं वा और बी तो फिर bring आ और जेड़ा एल आ वो लाइफ और ई जेड़ा वा वो इंटरनल आ, जिहदा पंजाबी दे विच सीधा सीधा सरल मतलब निकल रहा वा। बाइबल ये गल कह रही आ वेखो मैं तुहानू सदा दी जिंदगी देंदी हाँ। तो खुदावंद यीशु मसीह तुहानू सदा दी जिंदगी देण दे लई आए ने। हुण फिर मैं आ जावां वापस वो सवालों के उत्ते ਜਿਹੜੇ ਸਿੰਘ ਸਾਹਿਬ ਨੇ ਸਵਾਲ ਕੀਤੇ ਨੇ। ਉਹ ਸਵਾਲ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵਾਂ। ਹੁਣ ਮੈਂ ਤੁਹਾਨੂੰ ਉਹਦਾ ਅਸਲ 'ਚ ਜਿਹੜਾ ਨਿਚੋੜ ਆ, ਜਿਹੜਾ ਮੇਨ ਉਹਨਾਂ ਦੇ 2 ਸਵਾਲ ਨੇ ਉਹਨਾਂ ਦੇ ਉੱਤੇ ਲੈ ਕੇ ਚੱਲਿਆ ਵਾਂ। ਪ੍ਰਭੂ ਤੁਹਾਨੂੰ ਬਰਕਤ ਦੇਗਾ। ਪੜ੍ਹੀਏ ਮੇਰੇ ਨਾਲ ਮਰਕਸ ਦੀ ਅੰਜੀਲ ਉਹਦਾ 16 ਅਧਿਆਏ ਔਰ ਉਹਦੀ 18 ਆਇਤ ਨੂੰ ਪੜ੍ਹੀਏ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਨਾ ਬਣ ਜਾਏ। ਇਸ ਕਰਕੇ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਉਹਨਾਂ ਚੀਜ਼ਾਂ ਦਾ ਜਿਹੜਾ ਵਾ ਉਹ ਰਿਜ਼ਲਟ ਦੱਸ ਰਿਹਾ ਕਿ ਬਾਈਬਲ ਉਹਦੇ ਬਾਰੇ ਕੀ ਕਹਿੰਦੀ ਆ। ਹਾਂਜੀ, ਉਹ ਸੱਪਾਂ ਨੂੰ ਚੁੱਕ ਲੈਣਗੇ। ਜਿਹੜੀ ਗੱਲ ਉਹ ਕਹਿ ਰਹੇ ਆ ਨਾ ਉਹ ਸੱਪਾਂ ਚੁੱਕ ਲੈਣਗੇ, ਸਾਫ਼ ਲਿਖਿਆ ਇੱਥੇ। ਹਾਂਜੀ, ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ, ਜੇ ਕੋਈ ਜ਼ਹਿਰ ਵਾਲੀ ਚੀਜ਼ ਵੀ ਪੀ ਲੈਣ ਤਾਂ ਉਹਨਾਂ ਦਾ ਕੁਝ ਨਹੀਂ ਵਿਚਲੇਗਾ, ਉਹਨਾਂ ਦਾ ਕੁਝ ਵੀ ਵਿਗੜੇਗਾ ਨਹੀਂ ਆ। ਇਹ ਖੁਦਾਵੰਦ ਯਿਸੂ ਮਸੀਹ ਦਾ ਵਚਨ ਆ ਔਰ ਸੱਚਮੁੱਚ ਹੀ ਪਰਮੇਸ਼ਰ ਆਪਣੇ ਵਚਨ ਨੂੰ ਪੂਰਾ ਕਰਦਾ ਵਾ, ਹਨਾ। ਤੋ ਇਹ ਸਵਾਲ ਉਹਨਾਂ ਦੇ ਨੇ, ਹਨਾ। ਤੋ ਐਸੀ परिस्थिति खुदावंद यीशु मसीह के सामने भी आई सी। ऐसी परिस्थिति खुदावंद यीशु मसीह के सामने भी एक बार आई जदों खुदावंद प्रभु यीशु मसीह 40 दिन का वर्त रख के ते उत्थे जंगलों के विच 40 दिन का वर्त रख के बैठे हुए सीगे। तो उन्हां दिनां दे विच शैतान उन्हां दे कोल आया। आओ असीं पढ़ लीए क्योंकि लिखत जो कहती है लिखत के अनुसार आपां गल करांगे। पढ़िए मत्ती दी अंजील 4 अध्याय ओदी पहली आयत तो पढ़ना शुरू करिए। एक आयत नूं पढ़ लीए। तद यीशु आत्मा दी अगवाई नाल उजाड़ विच गया। इत्थे लिखिया तद खुदावंद यीशु मसीह जी आत्मा दी अगवाई दे नाल उजाड़ विच चले गए। भई शैतान कोलों परताया जावे, भई शैतान कोलों परताया जावे जां परखिया जावे क्योंकि शैतान दा काम आ खुदावंद यीशु मसीह दी परख करनी या ओदी ओनू परखना, ओनू पतराउणा। जिस तरह
ਹਨਾ ਜਿਹੜੀ ਆਪਾਂ ਵੀਡੀਓ ਵੇਖੀ ਉਹਦੇ ਵਿੱਚ ਉਹ ਕਹਿ ਰਹੇ ਨੇ ਜੇ ਤੁਸੀਂ ਯਿਸੂ ਦੇ ਉਹਨਾਂ 12 11 ਉਹ 11 ਕਹਿ ਰਹੇ ਨੇ, ਅਸਲ 'ਚ 12 ਨੇ ਬਾਈਬਲ ਦੇ ਵਿੱਚ, 12 ਸ਼ਾਗਿਰਦ ਨੇ, ਉਹਨਾਂ ਨੂੰ ਅਜੇ ਤੱਕ ਇਹ ਵੀ ਪਤਾ ਨਹੀਂ ਆ ਵੀ 11 ਨੇ ਸ਼ਾਗਿਰਦ ਕਿ 12 ਨੇ। ਤੇ ਯਿਸੂ ਮਸੀਹ ਦਾ ਵਚਨ ਕਹਿੰਦਾ ਯਿਸੂ ਦੇ 12 ਸ਼ਾਗਿਰਦ ਨੇ, ਮੈਂ ਪਿਛਲੀ ਵੀਡੀਓ ਵਿੱਚ ਵੀ ਬੋਲਿਆ ਵਾ। ਤੇ 12 ਸ਼ਾਗਿਰਦ ਨੇ ਔਰ ਉਹ ਪਤਾ ਕੀ ਕਹਿ ਰਹੇ ਨੇ, ਕਹਿੰਦੇ ਜੇ ਤੁਸੀਂ ਉਹਨਾਂ 12 ਦੇ ਵਿੱਚੋਂ ਜੇ ਨਾ ਤੇ ਤੁਸੀਂ ਸੱਪਾਂ ਨੂੰ ਚੁੱਕ ਕੇ ਵਿਖਾਓ, ਉਹ ਵੀ ਕੋਪਰੇ ਸੱਪ ਜਿਹੜੇ ਜ਼ਹਿਰੀਲੇ ਹੁੰਦੇ ਉਹਨਾਂ ਨੂੰ ਚੁੱਕ ਕੇ ਵਿਖਾਓ, ਤੇ ਫਿਰ ਜ਼ਹਿਰ ਪੀ ਕੇ ਵਿਖਾਓ ਜੇ ਤੁਸੀਂ ਉਹਨਾਂ ਦੇ ਵਿੱਚੋਂ ਜੇ। ਤੇ ਪਹਿਲੀ ਗੱਲ ਤੇ ਮੇਰੇ ਵੀਰ ਜੀ, ਸਾਨੂੰ ਤੁਹਾਡੇ ਕੋਲੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਆ ਕਿ ਅਸੀਂ ਯਿਸੂ ਮਸੀਹ ਦੇ ਚੇਲੇ ਹੈਗੇ ਆ ਕਿ ਨਹੀਂ ਹੈਗੇ, ਕਿਉਂਕਿ ਯਿਸੂ ਦੇ ਲੋਕ ਔਰ ਯਿਸੂ ਸਾਨੂੰ ਮੰਨਦਾ ਹੈ ਕਿ ਅਸੀਂ ਉਹਦੇ ਚੇਲੇ ਆ ਔਰ ਉਹ ਆਪਣੇ ਲੋਕਾਂ ਦੇ ਦੁਆਰਾ ਕੰਮ ਕਰਦਾ ਹੈ। ਦੂਸਰੀ ਗੱਲ, ਐਸੀ ਸਿਚੁਏਸ਼ਨ ਜਦੋਂ ਖੁਦਾਵੰਦ ਯਿਸੂ ਮਸੀਹ ਦੇ ਸਾਹਮਣੇ ਬਣੀ ਤਾਂ ਮੱਤੀ ਦੀ ਅੰਜੀਲ 4 ਅਧਿਆਏ ਉਹਦੀ ਪਹਿਲੀ ਆਇਤ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਆ ਤਾਂ ਉੱਥੇ ਧਿਆਨ ਨਾਲ ਪੜ੍ਹੀਏ ਜਰਾ, ਇੱਕ ਵਾਰੀ ਫੇਰ ਕਰ ਲਈਏ ਸਾਂਝਾ। ਤਦ ਯਿਸੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ। ਜਦੋਂ ਯਿਸੂ ਮਸੀਹ ਜੀ ਆਤਮਾ ਦੀ ਅਗਵਾਈ ਦੇ ਨਾਲ ਉਜਾੜ ਵਿੱਚ ਗਏ ਭਈ ਸ਼ੈਤਾਨ ਕੋਲੋਂ ਪਰਤਾਇਆ ਜਾਵੇ, ਤੇ ਸ਼ੈਤਾਨ ਉਹਨੂੰ ਪਰਖੇ, ਹਨਾ, ਤੇ ਸ਼ੈਤਾਨ ਕੋਲੋਂ ਪਰਤਾਇਆ ਜਾਵੇ, ਤੇ ਉਹ ਪਰਤਾਇਆ ਗਿਆ, ਹਨਾ। ਜਦੋਂ ਇੱਥੇ ਹੁਣ ਅਗਲੀ ਗੱਲ ਜਿਹੜੀ ਆ, ਸ਼ੈਤਾਨ ਯਿਸੂ ਮਸੀਹ ਦੇ ਕੋਲ ਜਦੋਂ ਆਇਆ ਨਾ, ਉਹਨਾਂ ਨੇ ਆ ਕੇ ਯਿਸੂ ਮਸੀਹ ਨੂੰ 3 ਸਵਾਲ ਕੀਤੇ। ਸ਼ੈਤਾਨ ਦਾ ਕੰਮ ਹੀ ਸਵਾਲ ਕਰਨਾ ਹੁੰਦਾ ਵਾ। ਉਹਨਾਂ ਨੇ ਯਿਸੂ ਨੂੰ ਆ ਕੇ ਸਵਾਲ ਕੀਤੇ। ਪਹਿਲਾ ਸਵਾਲ ਕੀਤਾ, ਕਹਿੰਦੇ ਭਈ ਤੈਨੂੰ ਭੁੱਖ ਬੜੀ ਲੱਗੀ ਆ ਤੇ ਤੂੰ ਪਰਮੇਸ਼ਰ ਦਾ ਪੁੱਤਰ ਆ, ਇਹਨਾਂ ਪੱਥਰਾਂ ਨੂੰ ਕਹਿ ਉਹ ਰੋਟੀਆਂ ਬਣ ਜਾਣ, ਹਨਾ। ਦੂਸਰਾ ਸਵਾਲ ਫਿਰ ਉਹਨਾਂ ਦੇ ਨਾਲ ਕੀਤਾ, ਔਰ ਤੀਸਰਾ ਆਖਰੀ ਸਵਾਲ ਜਿਹੜਾ ਸੀਗਾ ਉਹਨੂੰ ਅਸੀਂ 7 ਆਇਤ ਦੇ ਵਿੱਚੋਂ ਪੜ੍ਹਦੇ ਹਾਂ ਤੁਹਾਡੇ ਨਾਲ। ਪ੍ਰਭੂ ਤੁਹਾਨੂੰ ਆਸ਼ੀਸ਼ ਦੇਗਾ, ਸੁਣੀਏ ਧਿਆਨ ਦੇ ਨਾਲ ਇਸ ਵਚਨ ਨੂੰ। ਸ਼ੈਤਾਨ ਜਿਹੜਾ ਸੀਗਾ ਉਹਨੂੰ ਸਵਾਲ ਕਰ ਰਿਹਾ ਸੀਗਾ, ਤੇ ਪ੍ਰਭੂ ਯਿਸੂ ਮਸੀਹ ਨੇ ਸ਼ੈਤਾਨ ਦੇ ਸਵਾਲਾਂ ਦਾ ਜਵਾਬ ਦਿੱਤਾ ਵਾ। ਇਹ ਕੀ ਜਵਾਬ ਆ, ਸੁਣੀਏ। ਹਾਂਜੀ, ਯਿਸੂ ਨੇ ਉਸ ਨੂੰ ਆਖਿਆ, ਖੁਦਾਵੰਦ ਯਿਸੂ ਮਸੀਹ ਨੇ ਉਸ ਨੂੰ ਆਖਿਆ, ਇਹ ਵੀ ਲਿਖਿਆ ਹੈ, ਇਹ ਵੀ ਲਿਖਿਆ ਵਾ, ਜੋ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਾ। ਇਹ ਵੀ ਲਿਖਿਆ ਵਾ ਭਾਈ, ਖੁਦਾਵੰਦ ਯਿਸੂ ਮਸੀਹ ਕਹਿ ਰਹੇ ਨੇ ਤੂੰ ਆਪਣੇ ਪਿਤਾ ਪਰਮੇਸ਼ਰ ਨੂੰ ਨਾ ਪਰਤਾ, ਕਿਉਂਕਿ ਸ਼ੈਤਾਨ ਜਿਹੜਾ ਸੀ ਨਾ ਉਹ ਵੀ ਬਾਈਬਲ ਦੇ ਵਚਨਾਂ ਦੇ ਦੁਆਰਾ ਹੀ ਉਹਨਾਂ ਨੂੰ ਸਵਾਲ ਕਰ ਰਿਹਾ ਸੀਗਾ, ਔਰ ਯਿਸੂ ਮਸੀਹ ਨੇ ਵੀ ਬਾਈਬਲ ਦੇ ਵਚਨ ਦੇ ਅਨੁਸਾਰ ਹੀ ਉਹਨੂੰ ਜਵਾਬ ਦਿੱਤਾ। ਕਹਿੰਦੇ ਇਹ ਵੀ ਲਿਖਿਆ ਵਾ ਭਾਈ ਤੂੰ ਆਪਣੇ ਪਿਤਾ ਨੂੰ ਨਾ ਪਰਤਾ। ਤੋ ਇਸ ਕਰਕੇ ਪਿਆਰਿਓ, ਬਾਈਬਲ ਸਾਨੂੰ ਹਮੇਸ਼ਾ ਇਸ ਗੱਲ ਤੋਂ ਮਨਾ ਕਰਦੀ ਆ ਭਾਈ ਤੁਸੀਂ ਕਦੇ ਵੀ ਪਰਮੇਸ਼ਰ ਦੀ ਪਰਖ ਨਹੀਂ ਕਰਨੀ, ਉਹਨੂੰ ਪਤਰਾਉਣਾ ਨਹੀਂ ਆ। ਪਰ ਫਿਰ ਵੀ ਜੇ ਕਿਤੇ ਕੋਈ ਐਸੀ ਸਿਚੁਏਸ਼ਨ ਬਣ ਜਾਵੇ ਤਾਂ ਪਰਮੇਸ਼ਰ ਆਪਣੇ ਲੋਕਾਂ ਨੂੰ ਕਦੇ ਮਰਨ ਨਹੀਂ ਦਿੰਦਾ, ਕਿਉਂਕਿ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਮਹਾਨ ਖੁਦਾਵੰਦ ਦੇ ਦਾਸ ਹੋਏ ਨੇ। ਮੈਂ ਇੱਕ ਦੀ ਗੱਲ ਲੱਗਾ ਕਰਨੇ ਦਾ ਮਤਲਬ ਇੱਕ ਨਹੀਂ ਆ, ਹੋਰ ਵੀ ਬਹੁਤ ਸਾਰੇ ਨੇ, ਪਰ ਉਹਨਾਂ ਦੀ ਗੱਲ ਕਰਨ ਲੱਗਾ ਵਾਂ ਜਿਹੜੇ ਦਰਜ ਨੇ, ਜਿਨ੍ਹਾਂ ਦੇ ਉੱਤੇ ਕਿਤਾਬਾਂ ਲਿਖੀਆਂ ਗਈਆਂ ਨੇ। ਉਹ ਨੇ ਸਾਧੂ ਸੁੰਦਰ ਸਿੰਘ ਜੀ। ਸਾਧੂ ਸੁੰਦਰ ਸਿੰਘ ਦੀ ਜੀਵਨੀ ਨੂੰ ਜਦੋਂ ਤੁਸੀਂ ਪੜ੍ਹੋਗੇ ਨਾ ਤੇ ਉਹਦੇ ਆਪਣੇ ਹੀ ਉਹਦੇ ਵਿਰੋਧੀ ਸੀਗੇ, ਔਰ ਉਹਦੇ ਆਪਣਿਆਂ ਨੇ ਉਹਨੂੰ ਕਈ ਵਾਰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਜਿੰਨੀ ਵਾਰਾਂ ਵੀ ਉਹਨੂੰ ਜ਼ਹਿਰ ਦਿੱਤਾ ਗਿਆ, ਖੁਦਾਵੰਦ ਯਿਸੂ ਮਸੀਹ ਨੇ ਉਸੇ ਅਟੇ ਟਾਈਮ ਉਹਨਾਂ ਦੀ ਮਦਦ ਕੀਤੀ, ਔਰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਚੰਗਿਆਈ ਬਖਸ਼ੀ, ਔਰ ਫਿਰ ਉਹ ਉਸ ਜ਼ਹਿਰ ਦੇ ਨਾਲ ਮਰੇ ਨਹੀਂ ਆ। ਤਾਂ ਮੇਰੇ ਕਹਿਣ ਦਾ ਮਤਲਬ, ਜੇ ਅਚਨਚੇਤ ਕਿਤੇ ਵੀ ਐਸੀ ਕੋਈ ਸਮੱਸਿਆ ਆ ਵੀ ਜਾਵੇ ਤਾਂ ਪਰਮੇਸ਼ਰ ਆਪਣੇ ਲੋਕਾਂ ਨੂੰ ਕਦੇ ਮਰਨ ਨਹੀਂ ਦਿੰਦਾ, ਪਰ ਜਾਣ ਬੁੱਝ ਕੇ ਉਹਦੀ ਪਰਖ ਕਰਨੀ ਜਿਹੜੀ ਆ ਇਹ ਬਾਈਬਲ ਮਨਾ ਕਰਦੀ ਆ, ਸਾਫ਼ ਮਨਾ ਕਰਦੀ। ਕਿਉਂਕਿ ਯਿਸੂ ਨੇ ਜਦੋਂ ਸ਼ੈਤਾਨ ਨੇ ਉਹਨੂੰ ਕਿਹਾ ਤੂੰ ਆਪਣੇ ਆਪ ਨੂੰ ਸਾਬਤ ਕਰ, ਤਾਂ ਯਿਸੂ ਨੇ ਉਹਨੂੰ ਕਿਹਾ ਭਾਈ ਪਰਮੇਸ਼ਰ ਦਾ ਪਾਕ ਵਚਨ ਕਹਿੰਦਾ ਵਾ ਤੁਸੀਂ ਕਦੇ ਵੀ ਆਪਣੇ ਪਰਮੇਸ਼ਰ ਨੂੰ, ਆਪਣੇ ਪਿਤਾ ਨੂੰ ਪਰਖਣਾ ਨਹੀਂ ਹੈ, ਪਰਤਾਉਣਾ ਨਹੀਂ ਆ। ਤੋ ਇਸ ਕਰਕੇ ਮੇਰੇ ਵੀਰ, ਅਸੀਂ ਪਰਮੇਸ਼ਰ ਦਾ ਵਚਨ ਦਾ ਪ੍ਰਚਾਰ ਕਰਦੇ ਆ। ਪਰਮੇਸ਼ਰ ਦਾ ਪਾਕ ਵਚਨ ਸਾਨੂੰ ਸਾਫ਼ ਮਨਾ ਕਰਦਾ ਹੈ ਉਹਦੀ ਪਰਖ ਨਹੀਂ ਕਰਨੀ, ਇਸ ਕਰਕੇ ਉਹਦੀ ਪਰਖ ਨਹੀਂ ਕਰ ਸਕਦੇ। ਮੈਂ ਤੁਹਾਨੂੰ ਵੀ ਇਹੀ ਸਲਾਹ ਦੇਵਾਂਗਾ, ਪਰਮੇਸ਼ਰ ਦੀ ਪਰਖ ਨਾ ਕਰੋ। ਉਹ ਕੁਦਰਤ ਆ, ਉਹ ਕੁਛ ਵੀ ਕਰ ਸਕਦਾ ਵਾ, ਔਰ ਜਦੋਂ ਚਾਹੇ ਉਹ ਇਨਸਾਨ ਦਾ ਖਾਤਮਾ ਕਰ ਸਕਦਾ ਹੈ, ਜਦੋਂ ਚਾਹੇ ਇਨਸਾਨ ਨੂੰ ਮੁਰਦਿਆਂ ਤੋਂ ਜ਼ਿੰਦਾ ਵੀ ਕਰ ਸਕਦਾ ਹੈ। ਤਾਂ ਮੈਨੂੰ ਆਸ ਆ ਕਿ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੇਗੀ ਔਰ ਤੁਹਾਨੂੰ ਬਰਕਤ ਵੀ ਦੇਵੇਗੀ। ਤਾਂ ਇਸ ਕਰਕੇ ਇਹਨੂੰ ਧਿਆਨ ਨਾਲ ਸੁਣੀਏ, ਐਂਡ ਤੱਕ ਸੁਣੀਏ, ਪ੍ਰਭੂ ਤੁਹਾਨੂੰ ਬਰਕਤ ਦੇਵੇਗਾ। ਤਾਂ ਸਾਰਿਆਂ ਨੂੰ ਜੈ ਮਸੀਹ ਦੀ। ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਕੁਝ ਹੋਰ ਐਸੇ ਸਵਾਲਾਂ ਦੇ ਨਾਲ ਜਿਹੜੇ ਲੋਕ ਪਰਮੇਸ਼ਰ ਦੀ ਹੋਂਦ ਉੱਤੇ ਔਰ ਬਾਈਬਲ ਦੀ ਹੋਂਦ ਉੱਤੇ ਸਵਾਲ ਕਰਦੇ ਨੇ, ਉਹਨਾਂ ਨੂੰ ਜਵਾਬ ਦੇਣ ਦੇ ਲਈ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਸਾਰਿਆਂ ਨੂੰ ਜੈ ਮਸੀਹ ਦੀ।